ਗੁਰਦੁਆਰਾ ਸ਼੍ਰੀ ਦੁੱਖ ਨਿਵਾਰਨ ਸਾਹਿਬ ਸ਼ਾਹੀ ਸ਼ਹਿਰ ਪਟਿਆਲਾ ਦਾ ਪ੍ਰਮੁੱਖ ਇਤਿਹਾਸਿਕ ਸਥਾਨ। ਇਸ ਦੀ ਇਤਿਹਾਸਿਕਤਾ ਦਾ ਰਿਸ਼ਤਾ ਹੈ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਚਰਨ ਛੋਹ ਨਾਲ। ਅੱਜ ਇੱਥੇ ਅੰਮ੍ਰਿਤ ਸਰੋਵਰ ਦੇ ਨਾਲ ਸੁਸ਼ੋਭਿਤ ਗੁਰਦੁਆਰਾ ਸ਼੍ਰੀ ਦੁੱਖ ਨਿਵਾਰਨ ਸਾਹਿਬ ਤੋਂ ਇਲਾਹੀ ਬਾਣੀ ਦੀਆਂ ਉੱਠਦੀਆਂ ਧੁਨਾਂ ਅੰਮ੍ਰਿਤ ਸਰੋਵਰ ਦੀਆਂ ਲਹਿਰਾਂ ਨਾਲ ਮਿਲ ਕੇ ਚੁਗਿਰਦੇ ਵਾਤਾਵਰਨ ਨੂੰ ਅਧਿਆਤਮਿਕ ਸੁਗੰਧੀ ਨਾਲ ਸ਼ਰਸਾਰ ਕਰਦੀਆਂ ਨੇ। ਇਸ ਅਸਥਾਨ ਤੇ ਗੁਰੂ ਜੀ 3 ਮਹੀਨੇ ਤੋਂ ਵੱਧ ਸਮੇਂ ਲਈ ਰੁਕੇ। ਗੁਰਮਤਿ ਦੇ ਪ੍ਰਚਾਰ ਪ੍ਰਸਾਰ ਲਈ ਗੁਰੂ ਜੀ ਨੇ ਅਨੇਕਾਂ ਧਾਰਮਿਕ ਕਾਰਜਾਂ ਨੂੰ ਸੰਪੂਰਨ ਕੀਤਾ। ਅੱਜ ਸੰਗਤਾਂ ਪੂਰਨ ਸ਼ਰਧਾ ਅਤੇ ਆਸਥਾ ਨਾਲ ਹਿੰਦ ਦੀ ਚਾਦਰ 9ਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਚਰਨ ਛੋਹ ਪ੍ਰਾਪਤ ਧਰਤੀ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਨ ਦੂਰੋਂ ਦੂਰੋਂ ਆਉਂਦੀਆਂ ਨੇ। ਸੰਨ 1930 ਤੋਂ 1933 ਤੱਕ ਲਗਭਗ 3 ਸਾਲਾਂ ਵਿੱਚ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਦੀਆਂ 2 ਮੰਜ਼ਿਲਾਂ ਤਿਆਰ ਕੀਤੀਆਂ ਗਈਆਂ। ਜਦ ਇਹ ਸਾਰਾ ਕੰਮ ਸਿਰੇ ਚੜ੍ਹਨ ਤੇ ਗੁਰਦੁਆਰਾ ਸਾਹਿਬ ਵਿੱਚ ਕਥਾ ਕੀਰਤਨ ਦੀ ਬਕਾਇਦਾ ਚੰਗੀ ਰੌਣਕ ਹੋਣ ਲੱਗ ਪਈ ਤਾਂ ਗੁਰੂ ਸਾਹਿਬ ਦਾ ਵੱਧਦਾ ਪ੍ਰਤਾਪ ਵੇਖ ਕੇ ਪਟਿਆਲੇ ਸ਼ਹਿਰ ਦੀਆਂ ਹੋਰ ਵੀ ਸੰਗਤਾਂ ਦਾ ਇੱਥੇ ਆਗਮਨ ਹੋਣ ਲੱਗ ਪਿਆ। ਇਸ ਅਸਥਾਨ ਦੀ ਨਵੀਂ ਇਮਾਰਤ ਦੀ ਸੇਵਾ ਬਾਬਾ ਅਮਰੀਕ ਸਿੰਘ ਜੀ ਕਾਰ ਸੇਵਾ ਵਾਲਿਆਂ ਦੀ ਦੇਖ-ਰੇਖ ਵਿੱਚ ਹੋ ਰਹੀ ਹੈ। ਗੁਰਦੁਆਰਾ ਸਾਹਿਬ ਵਿੱਚ ਗੁੰਬਦ ਨੂੰ ਸੁਨਹਿਰੀ ਕਰਨ ਦਾ ਕਾਰਜ ਸੰਗਤਾਂ ਦੀ ਸ਼ਰਧਾ ਅਤੇ ਉਦਾਰਤਾ ਨਾਲ ਚੱਲ ਰਿਹਾ ਹੈ। ਅੱਜ ਦਰਬਾਰ ਸਾਹਿਬ ਵਿੱਚ ਸਿੱਖ ਸ਼ਰਧਾਲੂ ਵੱਧ ਚੜ੍ਹ ਕੇ ਇਸ ਕਾਰਜ ਦੀ ਪੂਰਤਾ ਲਈ ਯੋਗਦਾਨ ਪਾ ਰਹੇ ਹਨ। ਇਹ ਇਤਿਹਾਸਿਕ ਜੋਤ ਸਿੱਖ ਵਿਰਸੇ ਵੱਲੋਂ ਉਦੋਂ ਤੋਂ ਸਾਂਭੀ ਹੋਈ ਹੈ ਜਦੋਂ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹੀਦੀ ਦਾ ਪਹਿਲਾ ਦੀਵਾਨ ਦੁੱਖ ਨਿਵਾਰਨ ਸਾਹਿਬ ਵਿਖੇ ਸਜਾਇਆ ਗਿਆ। ਇਸ ਦੇ ਨਾਲ ਹੀ ਹਿੰਦ ਦੀ ਚਾਦਰ 9ਵੇਂ ਪਾਤਸ਼ਾਹ ਦਾ ਕਰ ਕਮਲਾਂ ਨਾਲ ਲਿਖਿਆ ਹੋਇਆ ਹੁਕਮਨਾਮਾ ਵੀ ਸੁਸ਼ੋਭਿਤ ਹੈ। ਸਿੱਖ ਗੁਰੂਆਂ ਅਤੇ ਸ਼ਹੀਦਾਂ ਦੀ ਯਾਦ ਵਿੱਚ ਦਰਬਾਰ ਸਾਹਿਬ ਤੇ ਚੜ੍ਹਦੇ ਬੰਨੇ ਅਤ ਸੁੰਦਰ ਅਜਾਇਬ ਘਰ ਸਥਾਪਿਤ ਹੈ, ਜਿੱਥੇ ਅਮਰ ਸ਼ਹੀਦਾਂ ਅਤੇ ਗੁਰਸਿੱਖਾਂ ਦੀਆਂ ਇਤਿਹਾਸਿਕ ਤਸਵੀਰਾਂ ਸਜੀਆਂ ਹੋਈਆਂ ਨੇ। ਖਾਲਸਾ ਪੰਥ ਦਾ ਮੁੱਢ ਬੰਨਣ ਵਾਲੇ ਅਭੁੱਲ ਇਤਿਹਾਸ ਨੂੰ ਦਰਸਾਉਂਦੀਆਂ ਇਹ ਕਲਾਕ੍ਰਿਤਾਂ ਸਾਨੂੰ ਸਿੱਖ ਵਿਰਸੇ ਨਾਲ ਜੋੜਦੀਆਂ ਨੇ। ਸਿੱਖ ਕੌਮ ਦੀਆਂ ਸ਼ਹਾਦਤਾਂ ਨੂੰ ਦਰਸਾਉਂਦੀਆਂ ਇਹ ਤਸਵੀਰਾਂ ਸਿੱਖ ਵਿਰਸੇ ਵਜੋਂ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਵਿਖੇ ਸਜਾਈਆਂ ਹੋਈਆਂ ਹਨ। ਇਹ ਤਸਵੀਰਾਂ ਗਵਾਹ ਹਨ ਉਸ ਨੇਕ ਸਮਿਆਂ ਦੀ ਜਦੋਂ ਸਮਸਤ ਗੁਰੂ ਸੰਗਤਾਂ ਨੂੰ ਨਿਹਾਲ ਕਰਦੇ ਸਨ। ਗੁਰੂ ਜੀ ਦੀਆਂ ਮਾਨਤਾਵਾਂ ਕਾਰਨ ਅੱਜ ਇੱਥੇ ਇੱਕ ਸਰੋਵਰ ਸਿਰਜਿਆ ਗਿਆ ਹੈ। ਗੁਰੂ ਤੇਗ ਬਹਾਦਰ ਸਾਹਿਬ ਜੀ ਬਹਾਦਰਗੜ੍ਹ ਤੋਂ ਚੱਲ ਕੇ ਸੰਗਤਾਂ ਨੂੰ ਨਾਮ ਬਾਣੀ ਦੇ ਪ੍ਰਚਾਰ ਰਾਹੀਂ ਨਿਹਾਲ ਕਰਦੇ ਹੋਏ ਇੱਕ ਸਿੱਖ ਭਾਰਾ ਰਾਮ ਦੀ ਬੇਨਤੀ ਮੰਨ ਕੇ ਪਿੰਡ ਲਹਿਲ ਵੱਲ ਇੱਕ ਪਾਣੀ ਦੇ ਟੋਭੇ ਤੇ ਵਿਰਾਜਮਾਨ ਹੋਏ। ਲਹਿਲ ਪਿੰਡ ਵਿੱਚ ਉਸ ਸਮੇਂ ਬੱਚਿਆਂ ਦੀ ਸੋਕੇ ਦੀ ਬਿਮਾਰੀ ਬਹੁਤ ਫੈਲੀ ਹੋਈ ਸੀ। ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਨੇ ਹੁਕਮ ਕੀਤਾ ਕਿ ਜੋ ਪ੍ਰਾਣੀ ਸ਼ਰਧਾ ਸਹਿਤ ਇੱਥੇ ਇਸ਼ਨਾਨ ਕਰੇਗਾ ਉਸ ਦੇ ਰੋਗ ਦੂਰ ਹੋਣਗੇ। ਮੰਨਿਆ ਜਾਂਦਾ ਹੈ ਕਿ ਬਸੰਤ ਪੰਚਮੀ ਨੂੰ ਇੱਥੇ ਇਸ਼ਨਾਨ ਕਰਨ ਵਾਲਿਆਂ ਨੂੰ ਸਾਰੇ ਤੀਰਥਾਂ ਦਾ ਫਲ ਪ੍ਰਾਪਤ ਹੁੰਦਾ ਹੈ। ਇਸ ਤੋਂ ਪਹਿਲਾਂ ਜਦੋਂ ਇੱਥੇ ਸਿਰਫ ਸਰੋਵਰ ਹੀ ਸੀ ਤਾਂ ਕਈ ਔਰਤਾਂ ਦੇ ਸੋਕੇ ਜਾਂ ਰੋਗੀ ਬੱਚੇ ਇਸ਼ਨਾਨ ਕਰਨ ਤੇ ਤੰਦਰੁਸਤ ਹੋਏ ਮੰਨੇ ਜਾਂਦੇ ਹਨ, ਜਿਸ ਕਰਕੇ ਗੁਰਦੁਆਰਾ ਸ਼੍ਰੀ ਦੁੱਖ ਨਿਵਾਰਨ ਸਾਹਿਬ ਦੀ ਇਹ ਰਿਵਾਇਤ ਹੋਰ ਵੀ ਪੱਕੀ ਹੋ ਕੇ ਚੰਗੀ ਤਰ੍ਹਾਂ ਸ਼ਰਧਾ ਦਾ ਰੂਪ ਧਾਰਨ ਕਰ ਗਈ। ਹੁਣ ਇਸ ਅੰਮ੍ਰਿਤ ਸਰੋਵਰ ਦੇ ਇਰਦ ਗਿਰਦ ਪੱਕੇ ਫਰਸ਼ ਅਤੇ ਨਵੀਆਂ ਪੌੜੀਆਂ ਦੇ ਚਫੇਰੇ 12-12 ਫੁੱਟ ਉੱਚੀਆਂ ਪੱਕੀਆਂ ਕੰਧਾਂ ਉਸਰਨ ਤੇ ਇਹ ਕਿਲੇ ਦੀ ਸ਼ਕਲ ਵਿੱਚ ਚੰਗਾ ਵੇਖਣਯੋਗ ਇਸ਼ਨਾਨ ਘਰ ਬਣ ਗਿਆ ਹੈ।
ਇਹਨਾਂ ਕੰਧਾਂ ਦੇ ਨਾਲ 12-12 ਫੁੱਟ ਚੌੜਾਈ ਵਾਲਾ ਬਰਾਮਦਾ ਤਾਮੀਰ ਕੀਤਾ ਗਿਆ ਹੈ, ਜਿੱਥੇ ਸੰਗਤਾਂ ਇਸ਼ਨਾਨ, ਧਿਆਨ ਤੇ ਕੀਰਤਨ ਕਥਾ ਦਾ ਰਸ ਮਾਣਦੀਆਂ ਹਨ। ਇਸ ਦੇ ਨਾਲ ਸਰੋਵਰ ਵੱਲ ਸ਼੍ਰੀ ਦਰਬਾਰ ਸਾਹਿਬ ਤੱਕ ਆਵਾਜਾਈ ਦਾ ਬੜਾ ਖੁੱਲ੍ਹਾ ਰਸਤਾ ਬਣਿਆ ਹੋਇਆ ਹੈ। ਸੰਗਮਰਮਰ ਨਾਲ ਬਣਿਆ ਇਹ ਰਸਤਾ ਖੂਬਸੂਰਤੀ ਦੀ ਮਿਸਾਲ ਪੇਸ਼ ਕਰਦਾ ਹੈ। ਇਹ ਅਸਥਾਨ ਸ਼ਰਧਾਲੂਆਂ ਦੀ ਸੇਵਾ ਸਦਕਾ ਹਮੇਸ਼ਾ ਸਾਫ਼ ਅਤੇ ਸਵੱਛ ਰਹਿੰਦਾ ਹੈ। ਗੁਰਦੁਆਰਾ ਸਾਹਿਬ ਦੇ ਦਰਸ਼ਨਾਂ ਨੂੰ ਆਉਣ ਵਾਲੀਆਂ ਸੰਗਤਾਂ ਇਸ ਪਾਵਨ ਅਸਥਾਨ ਤੇ ਬੈਠ ਕੇ ਗੁਰਬਾਣੀ ਅਤੇ ਕਥਾ ਦਾ ਭਰਪੂਰ ਆਨੰਦ ਮਾਣਦੀਆਂ ਹਨ। ਸ਼ਰਧਾਲੂ ਇਸ ਸੇਵਾ ਨੂੰ ਬੜੀ ਸ਼ਰਧਾ ਪੂਰਵਕ ਹਰ ਰੋਜ਼ ਨਿਭਾਉਂਦੇ ਹਨ। ਅੱਜ ਗੁਰਦੁਆਰਾ ਸ਼੍ਰੀ ਦੁੱਖ ਨਿਵਾਰਨ ਸਾਹਿਬ ਵਿਖੇ ਸਾਰੇ ਗੁਰਪੁਰਬ, ਵਿਸਾਖੀ ਅਤੇ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਸ਼ਹੀਦੀ ਦਿਹਾੜਾ ਵੱਡੇ ਪੱਧਰ ਤੇ ਮਨਾਏ ਜਾਂਦੇ ਨੇ। ਇਸ ਪਾਵਨ ਅਸਥਾਨ ਤੇ ਹਰ ਸਾਲ 2 ਮੇਲੇ ਲੱਗਦੇ ਨੇ। ਬਸੰਤ ਪੰਚਮੀ ਦਾ ਮੇਲਾ ਜੋ ਮਾਘ ਸੁਦੀ ਨੂੰ ਭਰਦਾ ਹੈ ਅਤੇ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸ਼ਹੀਦੀ ਦਿਹਾੜੇ ਦਾ ਮੇਲਾ ਜੋ ਮੱਘਰ ਸੁਦੀ ਪੰਚਮੀ ਨੂੰ ਭਰਦਾ ਹੈ। ਦੂਰ ਦਰਾਡਿਓਂ ਆਈਆਂ ਸੰਗਤਾਂ ਪਵਿੱਤਰ ਸਰੋਵਰ ਵਿੱਚ ਇਸ਼ਨਾਨ ਕਰਕੇ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਦੇ ਦਰਸ਼ਨ ਕਰਨ ਜਾਂਦੀਆਂ ਨੇ। ਇਹ ਜੋ ਬਸੰਤ ਪੰਚਮੀ ਦਾ ਜੋੜ ਮੇਲਾ ਹੈ, ਹਰ ਸਾਲ ਹੀ ਬੜੇ ਸ਼ਰਧਾ ਤੇ ਭਾਵਨਾ ਦੇ ਨਾਲ ਸੰਗਤਾਂ ਵੱਲੋਂ, ਪ੍ਰਬੰਧ ਵੱਲੋਂ ਮਨਾਇਆ ਜਾਂਦਾ। ਸੰਗਤਾਂ ਦੂਰ ਦਰਾਡੋਂ ਆ ਕੇ ਇੱਥੇ ਇਸ਼ਨਾਨ ਕਰਦੀਆਂ ਨੇ ਸਰੋਵਰ 'ਚ ਤੇ ਆਪਣੀਆਂ ਅਰਦਾਸਾਂ ਬੇਨਤੀਆਂ ਕਰਕੇ ਸਤਿਗੁਰੂ ਚਰਨਾਂ 'ਚ ਜੋ ਉਹਨਾਂ ਦੇ ਮਨ ਦੇ ਮਨੋਰਥ ਕਾਮਨਾ ਹਨ ਉਹ ਪੂਰੀਆਂ ਹੁੰਦੀਆਂ ਨੇ। ਜੋ ਮੰਗ ਹੈ ਠਾਕੁਰ ਆਪਣੇ ਤੇ ਸੋਚ ਸੋਚ ਦੇਵੇ ਦੇ ਮਹਾਂਵਾਕ ਅਨੁਸਾਰ ਸੰਗਤਾਂ ਅਰਦਾਸਾਂ ਕਰਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਚਰਨਾਂ ਦੀ ਨਿੱਘ ਆਨੰਦ ਮਾਣ ਰਹੀਆਂ ਨੇ। ਇਹ ਜੋ ਬਸੰਤ ਪੰਚਮੀ ਜੋੜ ਮੇਲਾ ਹਰ ਸਾਲ ਬੜੀ ਸ਼ਰਧਾ ਦੇ ਨਾਲ ਇਸ ਪਾਵਨ ਸਥਾਨ ਤੇ ਮਨਾਇਆ ਜਾਂਦਾ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੁੱਖ ਨਿਵਾਰਨ ਸਾਹਿਬ ਦੇ ਨਾਲ ਲੱਗਦੇ ਬਾਜ਼ਾਰ ਦੇ ਨਜ਼ਾਰੇ ਧਾਰਮਿਕਤਾ ਦੇ ਪ੍ਰਤੀਕ ਹਨ। ਸ਼ਰਧਾ ਅਤੇ ਸੇਵਾ ਨਾਲ ਆਏ ਹੋਏ ਸਿੱਖ ਸ਼ਰਧਾਲੂਆਂ ਦਾ ਮਨ ਮੋਹਦੇ ਇਹ ਬਾਜ਼ਾਰ ਸ਼ਾਹੀ ਸ਼ਹਿਰ ਪਟਿਆਲਾ ਦਾ ਮੁੱਖ ਕੇਂਦਰ ਹਨ। ਹਰ ਮਹੀਨੇ ਦੀ ਪੰਚਮੀ ਦੁੱਖ ਨਿਵਾਰਨ ਸਾਹਿਬ ਵਿਖੇ ਮੇਲੇ ਦੇ ਰੂਪ ਵਿੱਚ ਮਨਾਈ ਜਾਂਦੀ ਹੈ, ਜਿੱਥੇ ਇੱਕ ਭਰਵਾਂ ਇਕੱਠ ਰੱਬੀ ਏਕਤਾ ਦੀ ਤ੍ਰਿਪਤੀ ਨਾਲ ਭਰਪੂਰ ਹੁੰਦਾ ਹੈ। ਦੂਰੋਂ ਨੇੜਿਓਂ ਹਜ਼ਾਰਾਂ ਸੰਗਤਾਂ ਇਸ ਮੇਲੇ ਵਿੱਚ ਹਾਜ਼ਰ ਹੁੰਦੀਆਂ ਹਨ। ਬੱਚੇ ਵੀ ਇਸ ਮੇਲੇ ਦੀਆਂ ਖੇਡਾਂ ਤੋਂ ਵਾਂਝੇ ਨਹੀਂ ਰਹਿੰਦੇ। ਇਸ ਮੇਲੇ ਵਿੱਚ ਲੱਗੇ ਝੂਲਿਆਂ ਤੇ ਆਨੰਦ ਮਾਣਦੇ ਅਤੇ ਉਤਸ਼ਾਹ ਨਾਲ ਹੋਰ ਖੇਡਾਂ ਵਿੱਚ ਹਿੱਸਾ ਪਾਉਂਦੇ ਨੇ। ਅੱਜ ਦੁੱਖ ਨਿਵਾਰਨ ਸਾਹਿਬ ਵਿਖੇ ਲੰਗਰ ਦੀ ਖੁੱਲ੍ਹੀ ਤੇ ਸੁੰਦਰ ਇਮਾਰਤ ਬਣਾਈ ਗਈ ਹੈ, ਜਿਸ ਵਿੱਚ ਲਗਭਗ 2000 ਸੰਗਤਾਂ ਇੱਕੋ ਵਾਰ ਬੈਠ ਕੇ ਬੜੀ ਆਸਾਨੀ ਨਾਲ ਪ੍ਰਸ਼ਾਦਾ ਛਕਦੀਆਂ ਨੇ। ਗੁਰਦੁਆਰਾ ਸਾਹਿਬਾਨ ਦੇ ਸੇਵਾਦਾਰ ਲੰਗਰ ਦੀ ਸੇਵਾ ਬੜੀ ਸ਼ਰਧਾ ਭਾਵਨਾ ਨਾਲ ਨਿਭਾਉਂਦੇ ਨੇ। ਗੁਰੂ ਜੀ ਦੀ ਆਮਦ ਦੀ ਯਾਦ ਵਿੱਚ ਗੁਰਦੁਆਰਾ ਸ਼੍ਰੀ ਮੋਤੀ ਬਾਗ ਸਾਹਿਬ ਨੂੰ ਗੁਰੂ ਜੀ ਦੀ ਚਰਨ ਛੋਹ ਪ੍ਰਾਪਤ ਹੈ। ਗੁਰਦੁਆਰਾ ਮੋਤੀ ਬਾਗ ਸਾਹਿਬ ਉਸ ਥਾਂ ਤੇ ਸੁਸ਼ੋਭਿਤ ਹੈ ਜਿੱਥੇ 9ਵੇਂ ਪਾਤਸ਼ਾਹ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਇਲਾਕਾ ਬਾਂਗਰ ਨੂੰ ਜਾਂਦੇ ਹੋਏ ਠਹਿਰੇ ਸਨ। ਅੱਜ ਦਾ ਇਹ ਧਾਰਮਿਕ ਅਸਥਾਨ ਕਿਸੇ ਵੇਲੇ ਇੱਕ ਬਾਗ ਦੇ ਰੂਪ ਵਿੱਚ ਇਸ ਧਰਤੀ ਨੂੰ ਹਰਿਆਵਲ ਪ੍ਰਦਾਨ ਕਰਦਾ ਸੀ। ਉਸ ਸਮੇਂ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਦੁੱਖ ਨਿਵਾਰਨ ਸਾਹਿਬ ਤੋਂ ਚਾਲੇ ਪਾਏ ਅਤੇ ਮੋਤੀ ਬਾਗ ਵਿੱਚ ਵਿਸ਼ਰਾਮ ਕੀਤਾ। ਅੱਜ ਇੱਥੇ ਸੰਗਤਾਂ ਗੁਰੂ ਜੀ ਦੀ ਚਰਨ ਛੋਹ ਪ੍ਰਾਪਤ ਧਰਤੀ ਨੂੰ ਮੱਥਾ ਟੇਕਦੀਆਂ ਨੇ। ਅੱਜ ਸੰਗਤਾਂ ਬੜੀ ਸ਼ਰਧਾ ਨਾਲ ਇਸ ਅਸਥਾਨ ਦੇ ਦਰਸ਼ਨ ਕਰਨ ਆਉਂਦੀਆਂ ਨੇ। ਸ਼ਾਮ ਦੀ ਬਾਣੀ ਦਾ ਪਾਠ ਅਤੇ ਕਥਾ ਸਰਵਣ ਕਰ ਸ਼ਰਧਾਲੂ ਅਧਿਆਤਮਿਕ ਸੁੱਖ ਗ੍ਰਹਿਣ ਕਰਦੇ ਨੇ। ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਆਮਦ ਦੀ ਅਮਰ ਯਾਦਗਾਰ ਵਜੋਂ ਸੁਸ਼ੋਭਿਤ ਹੈ ਗੁਰਦੁਆਰਾ ਪਾਤਸ਼ਾਹੀ 9ਵੀਂ ਬਹਾਦਰਗੜ੍ਹ। ਅੱਜ ਇਸ ਅਸਥਾਨ ਤੇ
ਪਹਿਲੀ 9ਵੀਂ ਅਤੇ 10ਵੀਂ ਪਾਤਸ਼ਾਹੀ ਜੀ ਦੇ ਆਗਮਨ ਗੁਰਪੁਰਬ ਅਤੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਸ਼ਹੀਦੀ ਦਿਹਾੜਾ ਵੱਡੇ ਪੱਧਰ ਤੇ ਮਨਾਏ ਜਾਂਦੇ ਹਨ। ਗੁਰੂ ਜੀ ਦੀ ਆਮਦ ਦੀ ਯਾਦ ਵਿੱਚ ਇੱਥੇ ਦੋ ਗੁਰਦੁਆਰਾ ਸਾਹਿਬਾਨ ਸੁਸ਼ੋਭਿਤ ਹਨ, ਇੱਕ ਕਿਲੇ ਦੇ ਅੰਦਰ ਅਤੇ ਦੂਸਰਾ ਕਿਲੇ ਦੇ ਬਾਹਰ। ਇਹ ਗੁਰਦੁਆਰਾ ਸਾਹਿਬਾਨ ਸਮਸਤ ਮਾਨਵਤਾ ਲਈ ਸਰਵ ਸਾਂਝੇ ਧਾਰਮਿਕ ਅਸਥਾਨ ਹਨ। ਸਿੱਖ ਧਰਮ ਦੇ 9ਵੇਂ ਗੁਰੂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਸ੍ਰੀ ਅਨੰਦਪੁਰ ਸਾਹਿਬ ਤੋਂ ਤੁਰ ਕੇ ਕੀਰਤਪੁਰ ਤੇ ਰੋਪੜ ਹੁੰਦੇ ਹੋਏ ਮਾਲਵੇ ਵੱਲ ਆਏ। ਜਦ ਪਟਿਆਲਾ ਤੋਂ 4 ਕੋ ਉੱਤਰ ਪੂਰਬ ਵੱਲ ਸੈਫਦੀਨ ਦੇ ਵਸਾਏ ਨਗਰ ਸੈਫਾਬਾਦ ਪੁੱਜੇ ਤਾਂ ਸੈਫਦੀਨ ਨੇ ਬੜੇ ਪਿਆਰ, ਸਤਿਕਾਰ ਅਤੇ ਉਤਸ਼ਾਹ ਨਾਲ ਗੁਰੂ ਜੀ ਦਾ ਸਵਾਗਤ ਕੀਤਾ। ਉਸ ਦਾ ਪ੍ਰੇਮ ਭਾਵ ਤੇ ਉਸ ਦੀ ਬੇਨਤੀ ਮੰਨ ਕੇ ਗੁਰੂ ਸਾਹਿਬ ਨੇ 4 ਮਹੀਨੇ ਉਸ ਦੇ ਪਾਸ ਹੀ ਕੱਟੇ। ਸੈਫਦੀਨ ਨੇ ਗੁਰੂ ਜੀ ਦਾ ਉਪਦੇਸ਼ ਬੜੇ ਪ੍ਰੇਮ ਨਾਲ ਸੁਣਿਆ ਅਤੇ ਸਿੱਖੀ ਧਾਰਨ ਕੀਤੀ। ਅੱਜ ਇਸ ਪਾਵਨ ਅਸਥਾਨ ਨੂੰ ਬਹਾਦਰਗੜ੍ਹ ਨਾਲ ਜਾਣਿਆ ਜਾਂਦਾ ਹੈ। ਬਹਾਦਰਗੜ੍ਹ ਵਿਖੇ ਅੱਜ ਹਰ ਧਰਮ, ਜਾਤੀ, ਨਸਲ ਅਤੇ ਦੇਸ਼ ਦਾ ਮਾਨਵ ਆਪਣੀ ਅਧਿਆਤਮਿਕ ਖੁਰਾਕ, ਮਾਨਸਿਕ ਸ਼ਕਤੀ ਅਤੇ ਆਤਮਿਕ ਤ੍ਰਿਪਤੀ ਬਿਨਾਂ ਰੋਕ ਟੋਕ ਪ੍ਰਾਪਤ ਕਰਦਾ ਹੈ। ਬਹਾਦਰਗੜ੍ਹ ਸਾਹਿਬ ਦੇ ਗੁਰਦੁਆਰਾ ਸਾਹਿਬਾਨ ਮਾਨਵੀ ਪਿਆਰ, ਰੱਬੀ ਏਕਤਾ, ਸਰਵ ਸਾਂਝੀਵਾਲਤਾ ਦਾ ਸਦੀਵੀ ਪ੍ਰਗਟਾ ਹੈ। ਪੁਰਾਤਨ ਸ਼ਹਿਰ ਪਟਿਆਲਾ ਦੀ ਧਰਤੀ ਨੂੰ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸੁਹਾਵੀ ਦੇਣ ਹੈ। ਗੁਰਦੁਆਰਾ ਸ੍ਰੀ ਬਹਾਦਰਗੜ੍ਹ ਸਾਹਿਬ, ਸ੍ਰੀ ਮੋਤੀ ਬਾਗ ਸਾਹਿਬ ਅਤੇ ਦੁੱਖ ਨਿਵਾਰਨ ਸਾਹਿਬ, ਇਹਨਾਂ ਗੁਰ ਅਸਥਾਨਾਂ ਸਦਕਾ ਇੱਥੇ ਵਸਦੀ ਸਿੱਖ ਲੋਕਾਈ ਰਹਿੰਦੇ ਸਮਿਆਂ ਤੱਕ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਰਿਣੀ ਰਹੇਗੀ।